ਅੱਜ ਤੋਂ ਠੀਕ 96 ਸਾਲ ਪਹਿਲਾਂ 25 ਦਸੰਬਰ 1927 ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਮਨੂ ਸਿਮਰਤੀ ਨੂੰ ਅੱਗ ਲਾਈ। ਮਨੂ ਸਿਮਰਤੀ ਜਾਲੀ। ਇਹ ਸਮਝਣਾ ਜ਼ਰੂਰੀ ਹੋਵੇਗਾ ਕਿ ਕਿਉਂ ਜਾਲੀ ਮਨੂ ਸਿਮਰਤੀ। ਕਿਉਂਕਿ ਮਨੂ ਸਿਮਰਤੀ ਦੇ ਵਿੱਚ ਉਹ ਮਨੂ ਸਿਮਰਤੀ ਇੱਕ ਸੰਵਿਧਾਨ ਬਣਾਇਆ ਹੋਇਆ ਸੀ ਉਸ ਵੇਲੇ, ਔਰ ਜੋ ਬ੍ਰਾਹਮਣ ਰਾਜ ਸੀ, ਕਸ਼ਤਰੀ ਰਾਜ ਸੀ, ਉਹਨਾਂ ਦੇ ਵਿੱਚ ਉਹ ਸੰਵਿਧਾਨ ਚੱਲਦਾ ਸੀ ਮਨੂ ਸਿਮਰਤੀ ਦਾ। ਔਰ ਉਹਦੇ ਵਿੱਚ ਲਿਖਿਆ ਸੀ ਕਿ ਬ੍ਰਾਹਮਣ ਜਨਮ ਲੈਂਦਿਆਂ ਹੀ ਪ੍ਰਿਥਵੀ ਦੇ ਸਾਰੇ ਜੀਵਾਂ ਤੋਂ ਸ੍ਰੇਸ਼ਟ ਹੈ। ਉਹ ਸਾਰੇ ਪ੍ਰਾਣੀਆਂ ਦਾ ਈਸ਼ਵਰ ਹੈ ਅਤੇ ਧਰਮ ਦੇ ਖਜ਼ਾਨੇ ਦਾ ਰੱਖਿਅਕ ਹੈ। ਸੰਸਾਰ ਅੰਦਰ ਜੋ ਵੀ ਸੰਪਤੀ ਹੈ ਉਹ ਸਾਰੀ ਬ੍ਰਾਹਮਣ ਦੀ ਨਿੱਜੀ ਹੈ। ਬਾਕੀ ਸਾਰੇ ਲੋਕ ਬ੍ਰਾਹਮਣ ਦੀ ਦਇਆ ਤੋਂ ਹੀ ਭੋਜਨ ਪ੍ਰਾਪਤ ਕਰਦੇ ਹਨ। ਸੰਸਾਰ ਵਿੱਚ ਬ੍ਰਾਹਮਣ ਤੋਂ ਵੱਧ ਕੇ ਕੋਈ ਪ੍ਰਾਣੀ ਨਹੀਂ ਹੈ। ਸੰਸਾਰ ਦੇਵਤੇ ਅਤੇ ਮੰਤਰ ਬ੍ਰਾਹਮਣ ਦੇ ਅਧੀਨ ਹਨ। ਬ੍ਰਾਹਮਣ ਦੀ ਕਰੋਪੀ ਤੋਂ ਕੋਈ ਬਚਾ ਨਹੀਂ ਸਕਦਾ। ਬ੍ਰਾਹਮਣੀ ਕ੍ਰੋਧ ਕਰੋੜਾਂ ਕੁਲਾਂ ਨੂੰ ਭਸਮ ਕਰ ਦਿੰਦਾ ਹੈ। ਸਾਰੇ ਨਰ ਨਾਰੀ ਬ੍ਰਾਹਮਣ ਦੇ ਚਰਨਾਂ ਦੇ ਸੇਵਕ ਹਨ। ਕੋਈ ਸ਼ੂਦਰ ਬ੍ਰਾਹਮਣ ਇਸਤਰੀ ਨਾਲ ਭੋਗ ਨਹੀਂ ਕਰ ਸਕਦਾ। ਉਹ ਦੰਡ ਦਾ ਭਾਗੀ ਹੋਵੇਗਾ। 4 ਵਰਣ ਹਨ, ਬ੍ਰਾਹਮਣ, ਕਸ਼ਤਰੀ, ਵੈਸ਼ ਅਤੇ ਸ਼ੂਦਰ। ਚਾਰੇ ਇੱਕ ਦੂਜੇ ਨਾਲੋਂ ਹੇਠਾਂ ਉੱਤੇ ਸ੍ਰੇਸ਼ਟ ਹਨ। ਬ੍ਰਾਹਮਣ ਤੋਂ ਬਿਨਾਂ ਕੋਈ ਤਪੱਸਿਆ ਨਹੀਂ ਕਰ ਸਕਦਾ। ਬ੍ਰਾਹਮਣ ਨੂੰ ਸ਼ੂਦਰ ਦੇ ਰਾਜ ਵਿੱਚ ਨਹੀਂ ਰਹਿਣਾ ਹੋਵੇਗਾ। ਬ੍ਰਾਹਮਣ ਭੈੜੇ ਕੰਮ ਕਰਕੇ ਵੀ ਅਪਵਿੱਤਰ ਨਹੀਂ ਹੁੰਦਾ। ਬ੍ਰਾਹਮਣ ਦਾ ਨਾਂ ਘਿਰਣਾ ਯੋਗ ਨਹੀਂ ਹੋਣਾ ਚਾਹੀਦਾ। ਬ੍ਰਾਹਮਣ ਸ਼ੂਦਰ ਨੂੰ ਧਰਮ ਕਰਮ ਸਿਖਾਉਣ ਵਾਲਾ ਬ੍ਰਾਹਮਣ ਨਰਕ ਨੂੰ ਜਾਵੇਗਾ। ਸ਼ੂਦਰ ਦਾ ਜਿਹੜਾ ਨਾਂ ਹੈ ਰੱਖਣਾ ਉਹ ਘਿਰਣਾ ਯੋਗ ਹੋਣਾ ਚਾਹੀਦਾ ਹੈ। ਬ੍ਰਾਹਮਣ ਦਾ ਸ਼ੂਦਰ ਦਾ ਅੰਨ ਖਾਣ ਨਾਲ ਸਭ ਕੁਝ ਭ੍ਰਿਸ਼ਟਿਆ ਜਾਂਦਾ ਹੈ। ਬ੍ਰਾਹਮਣ ਤੇ ਹਮਲਾ ਕਰਨ ਵਾਲੇ ਸ਼ੂਦਰ ਦੇ ਦੋਨੋਂ ਹੱਥ ਕੱਟ ਦਿਓ। ਸ਼ੂਦਰ ਜਾਂ ਉਸਦੀ ਵਸਤੂ ਨਾਲ ਲੱਗ ਕੇ ਬ੍ਰਾਹਮਣ ਅਪਵਿੱਤਰ ਹੋ ਜਾਏ ਤਾਂ 5 ਗਵੇ, ਗਾਂ ਦਾ ਦੁੱਧ, ਮੱਖਣ, ਘਿਓ, ਪਿਸ਼ਾਬ ਤੇ ਦਹੀਂ ਖਾ ਕੇ ਪਵਿੱਤਰ ਹੋਵੇ। ਬ੍ਰਾਹਮਣ 3 ਵਰਨਾਂ ਦੀਆਂ ਕੁੜੀਆਂ ਨਾਲ ਵਿਆਹ ਕਰਾਉਣ ਦੇ, ਖੱਤਰੀ 2 ਵਰਨਾਂ ਦੀਆਂ ਕੁੜੀਆਂ ਨਾਲ ਵਿਆਹ ਕਰਾਉਣ ਦੇ ਅਤੇ ਵੈਸ਼ 1 ਵਰਨ ਦੀ ਕੁੜੀ ਨਾਲ ਵਿਆਹ ਕਰਾਉਣ ਦੇ ਅਧਿਕਾਰੀ ਹਨ। ਸਾਰੇ ਗਿਆਨ ਭਾਵ ਵਿਦਿਆ ਦਾ ਮਾਲਕ ਬ੍ਰਾਹਮਣ ਹੈ। ਹੋਰ ਕੋਈ ਵਿਦਿਆ ਹਾਸਲ ਨਹੀਂ ਕਰ ਸਕਦਾ। ਬ੍ਰਾਹਮਣ ਦੇ ਮੂੰਹ ਰਾਹੀਂ ਦੇਵਤੇ ਤੇ ਪਿਤਰ ਆਪਣਾ ਹਿੱਸਾ ਖਾਂਦੇ ਹਨ। ਬ੍ਰਾਹਮਣ ਨੂੰ ਦੁਖੀ ਨਹੀਂ ਕਰ ਸਕਦਾ ਰਾਜਾ। ਬ੍ਰਾਹਮਣ ਤੇ ਕਸ਼ਤਰੀ ਰਲ ਕੇ ਹੀ ਮਾਨਤਾ ਪਾ ਸਕਦੇ ਹਨ। ਬ੍ਰਾਹਮਣ ਸ਼ੂਦਰ ਤੋਂ ਧਨ ਖੋਹ ਸਕਦਾ ਹੈ। ਰਾਜਾ ਬ੍ਰਾਹਮਣ ਤੋਂ ਟੈਕਸ ਨਹੀਂ ਲੈ ਸਕਦਾ। ਰਾਜਾ ਬ੍ਰਾਹਮਣ ਦੀ ਰੱਖਿਆ ਕਰੇਗਾ। ਰਾਜਾ ਬ੍ਰਾਹਮਣ ਨੂੰ ਇਸਤਰੀਆਂ, ਘਰ, ਗੱਡੀ, ਧਨ ਅਤੇ ਖਾਸ ਪਦਾਰਥ ਦੇਵੇਗਾ। ਬ੍ਰਾਹਮਣ ਦਾ ਖੂਨ ਕਤਲ ਕਰਨ ਵਾਲੇ ਦਾ ਮਾਸ ਗਿੱਦੜ, ਕੁੱਤੇ ਤੇ ਗਿਰਜਾਂ ਖਾਂਦੇ ਹਨ। ਹਰ ਆਦਮੀ ਬ੍ਰਾਹਮਣ ਨੂੰ ਝੁਕ ਕੇ ਪ੍ਰਣਾਮ ਕਰੇਗਾ। ਬ੍ਰਾਹਮਣ ਦੀ ਪੂਜਾ ਕਰੇਗਾ। ਬ੍ਰਾਹਮਣ ਦੀ ਰਾਖੀ ਕਰਨ ਵਾਲਾ ਹੱਤਿਆ ਤੋਂ ਮੁਕਤ ਹੋਵੇਗਾ। ਬ੍ਰਾਹਮਣ ਨੂੰ ਭੋਜਨ ਕਰਾਉਣ ਨਾਲ ਗਊ ਹੱਤਿਆ ਦਾ ਪਾਪ ਵੀ ਨਸ਼ਟ ਹੋ ਜਾਂਦਾ ਹੈ। ਬ੍ਰਾਹਮਣ ਨੂੰ ਮਾਰਨਾ ਘੋਰ ਜ਼ੁਲਮ ਹੈ। ਸ਼ਰਾਪੀ, ਮਾਰਨ ਵਾਲਾ, ਗਾਲਾਂ ਦੇਣ ਵਾਲਾ, ਚਰਿੱਤਰਹੀਣ ਤੇ ਮੂਰਖ ਬ੍ਰਾਹਮਣ ਵੀ ਪੂਜਾ ਯੋਗ ਹੈ। ਬ੍ਰਾਹਮਣ ਗਊ ਮਾਸ ਖਾ ਸਕਦਾ ਹੈ। ਭਗਵਾਨ ਗਊ ਦੇਵਤਾ ਸੰਤਾਂ ਦੀ ਰਾਖੀ ਲਈ ਬੰਦੇ ਦਾ ਰੂਪ ਧਾਰ ਕਰਕੇ ਆਉਂਦਾ ਹੈ। ਸੰਸਾਰ 'ਚ ਉੱਤਮ ਪੂਜਾ ਬ੍ਰਾਹਮਣ ਨੂੰ ਪੂਜਣਾ ਹੈ। ਗਾਇਤਰੀ ਪਾਠ ਕਰਨ ਨਾਲ 3 ਵੇਦਾਂ ਦਾ ਫਲ ਮਿਲਦਾ ਹੈ। ਧਨ ਦੇ ਕੇ ਬ੍ਰਾਹਮਣ ਨੂੰ ਇਸਤਰੀ ਭੋਗ ਲਈ ਬੁਲਾਇਆ ਜਾ ਸਕਦਾ ਹੈ। ਸ਼ੂਦਰ ਦਾ ਅੰਨ ਖਾਣ ਵਾਲਾ ਬ੍ਰਾਹਮਣ ਪਿੰਡ ਦਾ ਕੁੱਤਾ ਬਣੇਗਾ ਜਾਂ ਸੂਰ ਬਣੇਗਾ। ਰਾਜਾ ਸ਼ੂਦਰਾਂ ਤੋਂ ਨਿਸ਼ਚਿਤ ਕੀਤੇ ਕੰਮ ਲਵੇ। ਅਪੂਰਨ ਜੱਗ ਸ਼ੂਦਰਾਂ ਦੇ ਘਰ ਲੁੱਟ ਕੇ ਪੂਰਾ ਕੀਤਾ ਜਾਵੇ। ਸ਼ੂਦਰ ਨੂੰ ਕੁਦਰਤ ਨੇ ਗੁਲਾਮ ਬਣਾ ਕੇ ਪੈਦਾ ਕੀਤਾ ਹੈ। ਬ੍ਰਹਮਾ ਨੇ ਆਪਣੇ ਮੂੰਹ ਚੋਂ ਬ੍ਰਾਹਮਣ, ਬਾਹਾਂ ਚੋਂ ਕਸ਼ਤਰੀ, ਲੱਤਾਂ ਚੋਂ ਵੈਸ਼ ਅਤੇ ਪੈਰਾਂ ਚੋਂ ਸ਼ੂਦਰ ਨੂੰ ਪੈਦਾ ਕੀਤਾ ਹੈ।
ਈਸ਼ਵਰ ਦਾ ਸ਼ੂਦਰ ਲਈ ਆਦੇਸ਼ ਹੈ, ਉੱਪਰਲੇ ਤਿੰਨਾਂ ਵਰਨਾਂ ਦੀ ਸਵਰਨਾਂ ਦੀ ਸੇਵਾ ਕਰੇ। ਸ਼ੂਦਰ ਨੂੰ ਖਾਣ ਲਈ ਦਵਜਾਂ ਦੀ ਜੂਠ ਤੇ ਪਹਿਨਣ ਲਈ ਫਟੇ ਪੁਰਾਣੇ ਕੱਪੜੇ ਦਿਓ। ਸ਼ੂਦਰ ਆਪਣੇ ਘਰ ਚੁੱਲ੍ਹਾ ਨਹੀਂ ਬਾਲ ਸਕਦਾ। ਨੀਚਾਂ ਦੀ ਸੰਪਤੀ ਕੁੱਤੇ, ਗਧੇ ਤੇ ਸੂਰ ਹੋਵੇਗੀ। ਇਹ ਪਿੰਡ ਤੋਂ ਬਾਹਰ ਰਹਿਣਗੇ। ਇਹ ਮੁਰਦਿਆਂ ਤੋਂ ਲਾਹੇ ਹੋਏ ਕੱਪੜੇ ਪਹਿਨਣਗੇ, ਟੁੱਟੇ ਬਰਤਨਾਂ 'ਚ ਖਾਣਗੇ। ਸ਼ੂਦਰ ਦੀ ਰੋਜੀ ਦਵਜਾਂ ਦੇ ਅਧੀਨ ਹੋਵੇਗੀ। ਸ਼ੂਦਰ ਪਤਿਤ ਹਨ। ਪੰਜ ਗਵੇ ਪੀਣ ਵਾਲਾ ਸ਼ੂਦਰ ਨਰਕ ਨੂੰ ਜਾਵੇਗਾ। ਸ਼ੂਦਰ ਦਾ ਅੰਨ ਖਾਣ ਵਾਲਾ ਬ੍ਰਾਹਮਣ 7 ਜਨਮ ਕੁੱਤਾ ਬਣੇਗਾ। ਸ਼ੂਦਰ ਨੂੰ ਕਦੇ ਵੀ ਅਕਲ ਨਹੀਂ ਸਿਖਾਣੀ ਚਾਹੀਦੀ। ਸ਼ੂਦਰ ਪਾਸੋਂ ਸਿਰਫ ਸੇਵਾ ਕਰਾਉਣੀ ਹੈ। ਬ੍ਰਾਹਮਣ ਜਾਤ ਦੀ ਇਸਤਰੀ ਨਾਲ ਵਿਸ਼ਾ ਕਰਨ ਵਾਲੇ ਸ਼ੂਦਰ ਨੂੰ ਜਿੰਦਾ ਅੱਗ ਵਿੱਚ ਸੁੱਟ ਦੇਣਾ ਚਾਹੀਦਾ ਹੈ। ਨਿਸ਼ਚਿਤ ਕੀਤਾ ਧਰਮ ਤੇ ਕਰਮ ਛੱਡਣ ਵਾਲੇ ਲੋਕਾਂ ਨੂੰ ਰਾਜਾ ਸਜ਼ਾ ਦੇਵੇਗਾ। ਆਪਣਾ ਨਿਸ਼ਚਿਤ ਧਰਮ ਭਾਵ ਸੇਵਾ ਧਰਮ ਪਾਲਣ ਵਾਲਾ ਸ਼ੂਦਰ ਸਵਰਗ ਨੂੰ ਜਾਵੇਗਾ। ਸ਼ੂਦਰ ਆਪਣੀ ਜਾਨ, ਧਨ ਅਤੇ ਇਸਤਰੀ ਬ੍ਰਾਹਮਣ ਦੀ ਸੇਵਾ 'ਚ ਅਰਪਣ ਕਰਨਗੇ। ਸ਼ੂਦਰ ਨੂੰ ਸੋਮ ਰਸ ਪੀਣਾ ਚਾਹੀਦਾ ਹੈ। ਸ਼ੂਦਰ ਹੱਥ ਜੋੜ ਕੇ ਹੇਠਾਂ ਝੁਕ ਕੇ ਅੱਗੇ ਨੂੰ ਹੱਥ ਵਧਾ ਕੇ ਨਮਸਕਾਰ ਕਰੇਗਾ। ਜੇ ਸ਼ੂਦਰ ਬ੍ਰਾਹਮਣ ਨੂੰ ਉਪਦੇਸ਼ ਕਰੇ ਤਾਂ ਰਾਜਾ ਉਸਦੇ ਮੂੰਹ 'ਚ ਤੱਤਾ ਤੱਤਾ ਤੇਲ ਭਰਵਾ ਦੇਵੇ। ਜੇ ਉਹ ਦਵੇਜ ਦਾ ਅਪਮਾਨ ਕਰੇ ਤਾਂ ਵੱਡਾ ਸਰੀਆ ਮੂੰਹ ਵਿੱਚ ਪਾਇਆ ਜਾਵੇ। ਸ਼ੂਦਰ ਵੇਦ ਪਾਠ ਪੜ੍ਹੇ ਜਾਂ ਸੁਣੇ ਤਾਂ ਉਸਦੇ ਕੰਨਾਂ 'ਚ ਪਿਘਲਿਆ ਸ਼ੀਸ਼ਾ ਪਾ ਦਿਓ। ਦਾਸ ਜਾਤੀਆਂ ਜੱਗ ਨਹੀਂ ਕਰਨਗੀਆਂ। ਸ਼ੂਦਰਾਂ ਨੂੰ ਗਰੀਬ ਬਣਾਈ ਰੱਖਣਾ ਹੀ ਹਿੰਦੂ ਧਰਮ ਦਾ ਪਾਲਣ ਕਰਨਾ ਹੈ। ਸੇਵਾ ਕਰਨਾ ਹੀ ਸ਼ੂਦਰਾਂ ਦਾ ਪਰਮੋ ਧਰਮ ਹੈ। ਇਸਤਰੀਆਂ ਤੇ ਸ਼ੂਦਰਾਂ ਨੂੰ ਲੜਾਉਂਦੇ ਰਹਿਣਾ ਚਾਹੀਦਾ ਹੈ। ਭੰਗੀ ਮੁਰਦੇ ਢੋਣਗੇ। ਸ਼ੂਦਰਾਂ ਨੂੰ ਵਿਧਾਤਾ ਭਗਵਾਨ ਨੇ ਬ੍ਰਾਹਮਣਾਂ ਦੇ ਦਾਸ ਗੁਲਾਮ ਬਣਾਇਆ ਹੈ। ਅਤੀ ਸਿਆਣਾ ਸ਼ੂਦਰ ਵੀ ਆਦਰਯੋਗ ਨਹੀਂ। ਨੀਚ ਜਾਤੀਆਂ ਦੇ ਲੋਕ ਪਿੰਡ ਜਾਂ ਨਗਰ ਵਿੱਚ ਨਾ ਰਹਿਣਗੇ ਅਤੇ ਨਾ ਹੀ ਘੁੰਮਣਗੇ। ਸ਼ੂਦਰਾਂ ਦਾ ਕੰਮ ਹੈ ਗੰਦੇ ਕਿੱਤੇ ਕਰਨਾ। ਜੱਗ ਸਮੇਂ ਬਲੀਆਂ ਦੇਣਾ ਧਰਮ ਕਰਮ ਹੈ। ਪਰਮਾਤਮਾ ਦਾ ਸ਼ੂਦਰ ਲਈ ਹੁਕਮ ਹੈ ਤਿੰਨਾਂ ਵਰਨਾਂ ਦੀ ਸੇਵਾ ਕਰਨਾ। ਅਛੂਤ ਲੋਕ ਗੈਰ ਕਾਸ਼ਤਕਾਰ ਰਹਿਣਗੇ। ਸਫਾਈ ਮਜ਼ਦੂਰ ਸਫਾਈ ਤੋਂ ਨਾ ਕਰੇ ਤਾਂ ਉਸ ਨੂੰ ਕੈਦ ਕਰ ਦਿਓ। ਅਛੂਤਾਂ ਦਾ ਮੰਦਿਰ ਪ੍ਰਵੇਸ਼ ਕਰਨਾ ਜੁਰਮ ਤੇ ਸਜ਼ਾ ਦਾ ਭਾਗੀ ਹੈ। ਨੀਚ ਜਾਤੀ ਤੇ ਔਰਤਾਂ ਕੀੜੇ ਸਮਾਨ ਹਨ। ਸ਼ੂਦਰ ਦਾ ਅਪਮਾਨ ਕਰਨ ਦੀ ਕੋਈ ਸਜ਼ਾ ਨਹੀਂ। ਦਵਿਜ ਜਾਤੀਆਂ ਖਾਸ ਕਰਕੇ ਬ੍ਰਾਹਮਣ ਨੂੰ ਹਰ ਪ੍ਰਕਾਰ ਦਾ ਮਾਸ ਖਾਣ ਦੀ ਆਗਿਆ ਹੈ। ਸ਼ਰਾਧ 'ਚ ਉਹ ਗਊ ਮਾਸ ਵੀ ਖਾ ਸਕਦਾ ਹੈ। ਪਿਤਰਾਂ ਦੀ ਮੁਕਤੀ ਲਈ ਬ੍ਰਾਹਮਣਾਂ ਨੂੰ ਸ਼ਰਾਧ ਖਵਾਉਣੇ ਪੁੰਨ ਕਰਮ ਹੈ। ਜੋ ਰਮੇਸ਼ਵਰ ਤੀਰਥ ਤੇ ਗੰਗਾ ਜਲ ਲਿਆ ਕੇ ਚੜਾਉਣਗੇ ਉਹ ਸਵਰਗ ਨੂੰ ਜਾਣਗੇ। ਸ਼ੰਕਰਾਚਾਰੀਆ ਦੀ ਇੱਛਾ ਹੈ ਕਿ ਰਮੇਸ਼ਵਰ ਤੋਂ ਲੈ ਕੇ ਹਿਮਾਲਿਆ ਤੱਕ ਬੋਧੀਆਂ ਨੂੰ ਮਾਰ ਦਿੱਤਾ ਜਾਵੇ ਸਮੇਤ ਬੱਚੇ ਬੁੱਢੇ। ਆਰੀਅਨ ਸੁਰਾਪਾਨ ਕਰੇਗਾ। ਦੇਵਤੇ ਲੋਕ ਭਾਵ ਬ੍ਰਾਹਮਣ ਵਰੁਣੀ ਸੁਰਾ ਪੀਣਗੇ। ਹਰ ਦੇਵਤੇ ਨੂੰ ਵਿਆਹੀ ਜਾਂ ਕੁਆਰੀ ਔਰਤ ਨਾਲ ਬਲਾਤਕਾਰ ਕਰਨ ਦੀ ਆਗਿਆ ਹੈ। ਇਸਤਰੀਆਂ ਸੁਭਾਅ ਤੋਂ ਹੀ ਮੂਰਖ ਤੇ ਗਿਆਨਹੀਣ ਮੰਨੀਆਂ ਜਾਂਦੀਆਂ ਹਨ। ਇੰਦਰ ਨੂੰ ਦਾਸਾਂ ਦਾ ਕਤਲ ਕਰਨ ਲਈ ਸਥਾਪਿਤ ਕੀਤਾ ਹੈ। ਹਰ ਔਰਤ ਜਿਸ ਦੇ 10 ਪਤੀ ਹੋਣ, ਜੇ 11ਵਾਂ ਬ੍ਰਾਹਮਣ ਉਸ ਦੀ ਬਾਂਹ ਫੜ ਲਵੇ ਤਾਂ ਉਸ ਦੀ ਪਤਨੀ ਹੋ ਜਾਵੇਗੀ। ਦੇਵਤਿਆਂ ਨੂੰ ਆਪਣੀਆਂ ਧੀਆਂ ਨਾਲ ਵੀ ਭੋਗ ਵਿਲਾਸ ਕਰਨ ਦੀ ਖੁੱਲ੍ਹ ਹੈ। ਆਦਮੀ ਪਸ਼ੂਆਂ ਨਾਲ ਹੀ ਭੋਗ ਕਰਨ ਉਪਰੰਤ ਪਵਿੱਤਰ ਹੋ ਸਕਦਾ ਹੈ। ਬ੍ਰਾਹਮਣ ਮਾਸੂਮ ਲੜਕੀਆਂ ਨੂੰ ਦੇਵਦਾਸੀਆਂ ਬਣਾ ਕੇ ਭੇਟਾ ਵਜੋਂ ਲੈ ਸਕਦੇ ਹਨ। ਇਹਨਾਂ ਅਣਵਿਆਹੀਆਂ ਦੇਵਦਾਸੀਆਂ ਦੇ ਪੇਟੋਂ ਜਨਮੇ ਬੱਚੇ ਦਾ ਨਾਮ ਹਰੀਜਨ ਹੋਵੇਗਾ। ਜੱਗ ਤੋਂ ਸਾਰੇ ਫਲ ਪ੍ਰਾਪਤ ਹੁੰਦੇ ਹਨ। ਜੱਗ 'ਚ ਮਰਿਆ ਪਸ਼ੂ ਸੁਰਗ ਨੂੰ ਪਹੁੰਚਦਾ ਹੈ। ਜੋ ਜੱਗ ਤੇ ਸ਼ਰਾਧਾਂ ਅੰਦਰ ਬਲੀ ਦਾਨ ਕਰਦਾ ਹੈ ਔਰ ਖਾਂਦਾ ਹੈ ਉਹ 21 ਜਨਮ ਸੂਰ ਬਣਦਾ ਹੈ। ਗਊ ਨੂੰ ਕੁਹਾੜੀ ਨਾਲ ਮਾਰ ਕੇ ਬਲੀ ਦਿਓ। ਸੁੰਦਰ ਸੰਢੋਲ ਨੌਜਵਾਨ ਦੁਰਗਾ ਸਾਹਮਣੇ ਬਲੀ ਚੜਾਏ ਜਾਣ। ਜੱਗਾ ਅੰਦਰ ਲੱਖਾਂ ਪਸ਼ੂ ਤੇ ਆਦਮੀ ਕਤਲ ਕੀਤੇ ਜਾ ਸਕਦੇ ਹਨ। ਕੋਈ ਵੀ ਨੀਚ ਜਾਤ ਦਾ ਆਦਮੀ ਵਿਦਿਆ ਜਾਂ ਗਿਆਨ ਹਾਸਲ ਨਹੀਂ ਕਰ ਸਕਦਾ। ਜਿਉਂਦਾ ਤੇ ਮਰਿਆ ਬੰਦਾ ਵੀ ਬੱਚੇ ਨੂੰ ਜਨਮ ਦੇ ਸਕਦਾ ਹੈ। ਘਾਹ ਫੂਸ ਤੇ ਡਿੱਗਿਆ ਬੀਰਜ ਵੀ ਬੱਚੇ ਪੈਦਾ ਕਰ ਸਕਦਾ ਹੈ। ਇਹ ਮਨੂ ਸਿਮਰਤੀ ਕਾਨੂੰਨ ਦੇ ਵਿੱਚ ਲਿਖੇ ਹੋਏ ਸਨ ਸਾਰੇ ਗੱਲਾਂ ਬਾਤਾਂ। ਔਰ
ਜਦੋਂ ਇਹ ਸਾਰਾ ਕੁਝ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਪੜ੍ਹਿਆ ਤਾਂ ਉਹਨਾਂ ਨੇ ਇੱਕ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਇਕੱਠੇ ਹੋਵੋ। ਤਾਂ 24 ਦਸੰਬਰ ਸ਼ਾਮ 4:30 ਵਜੇ ਕਾਨਫਰੰਸ ਸ਼ੁਰੂ ਹੋਈ। 24,000 ਤੋਂ ਵੱਧ ਲੋਕ ਇਸ ਕਾਨਫਰੰਸ ਦੇ ਵਿੱਚ ਇਕੱਠੇ ਹੋਏ। ਜਦੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਭਾਸ਼ਣ ਦੇਣ ਲਈ ਖੜੇ ਹੋਏ ਤਾਂ ਆਕਾਸ਼ ਨਾਰਿਆਂ ਨਾਲ ਗੂੰਜ ਉੱਠਿਆ, ਜੈਕਾਰੇ ਲੱਗਣ ਲੱਗੇ। ਡਾਕਟਰ ਅੰਬੇਡਕਰ ਨੇ ਆਪਣੇ ਭਾਸ਼ਣ ਵਿੱਚ ਕਿਹਾ, ਸ਼ੁਰੂ ਵਿੱਚ ਮੈਂ ਆਪਣੇ ਵਿਰੋਧੀਆਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਅਸੀਂ ਚੋਬਦਾਰ ਤਲਾਬ ਵਿੱਚੋਂ ਪਾਣੀ ਇਸ ਲਈ ਨਹੀਂ ਲੈਣਾ ਚਾਹੁੰਦੇ ਸਾਂ ਕਿ ਅਸੀਂ ਉਸ ਪਾਣੀ ਤੋਂ ਬਗੈਰ ਮਰੀ ਜਾਂਦੇ ਹਾਂ, ਬਲਕਿ ਅਸੀਂ ਤਲਾਬ ਚੋਂ ਪਾਣੀ ਇਸ ਲਈ ਲੈਣਾ ਚਾਹੁੰਦੇ ਹਾਂ ਤਾਂ ਕਿ ਅਸੀਂ ਵੀ ਦੱਸ ਸਕੀਏ ਕਿ ਅਸੀਂ ਵੀ ਇਨਸਾਨ ਹਾਂ, ਅਸੀਂ ਵੀ ਬੰਦੇ ਹਾਂ, ਅਸੀਂ ਪਸ਼ੂ ਨਹੀਂ ਹਾਂ। ਕੇਵਲ ਮੰਦਰ ਪ੍ਰਵੇਸ਼ ਜਾਂ ਛੂਤ-ਛਾਤ ਦੇ ਖਾਤਮੇ ਨਾਲ ਹੀ ਮਸਲਾ ਹੱਲ ਨਹੀਂ ਹੋ ਜਾਣਾ। ਹਰ ਥਾਂ ਜਿਵੇਂ ਕਿ ਅਦਾਲਤਾਂ, ਪੁਲਿਸ, ਫੌਜ ਅਤੇ ਵਪਾਰ ਦੇ ਦਰਵਾਜ਼ੇ ਸਾਡੇ ਲਈ ਖੁੱਲ੍ਹਣੇ ਚਾਹੀਦੇ ਹਨ। ਕੰਮ ਕਰਨ ਦੀ ਅਸਲੀ ਆਜ਼ਾਦੀ ਕੇਵਲ ਉਹੀ ਹੁੰਦੀ ਹੈ ਜਿੱਥੇ ਸ਼ੋਸ਼ਣ ਨੂੰ ਮੁਕੰਮਲ ਤੌਰ ਤੇ ਨਸ਼ਟ ਕਰ ਦਿੱਤਾ ਹੋਵੇ, ਜਿੱਥੇ ਇੱਕ ਵਰਗ ਰਾਹੀਂ ਦੂਜੇ ਵਰਗ ਤੇ ਅਤਿਆਚਾਰ ਨਾ ਕੀਤਾ ਜਾਂਦਾ ਹੋਵੇ, ਜਿੱਥੇ ਬੇਰੁਜ਼ਗਾਰੀ ਨਾ ਹੋਵੇ, ਜਿੱਥੇ ਗਰੀਬ ਨਾ ਹੋਵੇ, ਜਿੱਥੇ ਕਿਸੇ ਵਿਅਕਤੀ ਨੂੰ ਆਪਣਾ ਕਾਰੋਬਾਰ ਖੁੱਸਣ ਦਾ ਡਰ ਨਾ ਹੋਵੇ, ਆਪਣੇ ਕੰਮਾਂ ਦੇ ਫਲਸਰੂਪ ਜਿੱਥੇ ਵਿਅਕਤੀ ਆਪਣੇ ਕਾਰੋਬਾਰ ਦੇ ਨੁਕਸਾਨ ਅਤੇ ਰੋਜੀ ਰੋਟੀ ਦੇ ਨੁਕਸਾਨ ਦੇ ਡਰ ਤੋਂ ਮੁਕਤ ਹੋਵੇ। ਮਨੂ ਸਿਮਰਤੀ ਵਿਰੁੱਧ ਦਿਲ ਕੰਬਾਊ ਭਾਸ਼ਣ ਹੋਏ। ਸਹਿਸਰਾ, ਬੁਧਾਏ, ਰਾਜ ਭੋਗ ਅਤੇ ਧਰੋਟ ਨੇ ਬਹੁਤ ਜਸ਼ੀਲੇ ਭਾਸ਼ਣ ਦਿੱਤੇ ਜੋ ਬ੍ਰਾਹਮਣ ਸਨ ਔਰ ਬਾਬਾ ਸਾਹਿਬ ਦੇ ਨਾਲ ਚੱਲ ਰਹੇ ਸਨ। ਕਾਨਫਰੰਸ ਹਿੰਦੂ ਧਰਮ ਗ੍ਰੰਥਾਂ ਦੀ ਭੰਡੀ ਤੱਕ ਹੀ ਸੀਮਿਤ ਨਹੀਂ ਰਹੀ। ਰਾਤ ਨੂੰ 2 ਵਜੇ ਪੰਡਾਲ ਦੇ ਸਾਹਮਣੇ ਇੱਕ ਡੂੰਘੇ ਟੋਏ ਵਿੱਚ ਮਨੂ ਸਿਮਰਤੀ ਸਾੜੀ ਗਈ ਅਤੇ ਇਸ ਦੀ ਥਾਂ ਨਵਾਂ ਧਰਮ ਸ਼ਾਸਤਰ ਬਣਾਉਣ ਦੀ ਮੰਗ ਕੀਤੀ ਗਈ। ਇਸੇ ਕਰਕੇ ਹੀ 25 ਦਸੰਬਰ 1927 ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਅਭੁੱਲਣਯੋਗ ਦਿਨ ਹੈ, ਕਿਉਂਕਿ ਇਸ ਦਿਨ ਬਾਬਾ ਸਾਹਿਬ ਨੇ ਮਨੂ ਸਿਮਰਤੀ ਸਾੜੀ ਸੀ। ਉਹ ਮਨੂ ਸਿਮਰਤੀ ਜਿਹੜੀ ਸਾਨੂੰ ਤੁਹਾਨੂੰ ਸਾਰਿਆਂ ਨੂੰ ਹੀ ਨੀਚ ਬਣਾਉਂਦੀ ਸੀ, ਜਿਹੜੀ ਇਹ ਕਹਿੰਦੀ ਸੀ ਕਿ ਇਹ ਨੀਚ ਲੋਕ ਹਨ, ਇਹ ਪੜ੍ਹ ਨਹੀਂ ਸਕਦੇ, ਇਹ ਹਥਿਆਰ ਨਹੀਂ ਰੱਖ ਸਕਦੇ, ਇਹ ਮਕਾਨ ਨਹੀਂ ਬਣਾ ਸਕਦੇ, ਇਹ ਗੱਡੀਆਂ ਨਹੀਂ ਖਰੀਦ ਸਕਦੇ, ਇਹ ਕੁਛ ਜ਼ਮੀਨ ਨਹੀਂ ਖਰੀਦ ਸਕਦੇ, ਇਹ ਵੋਟ ਨਹੀਂ ਪਾ ਸਕਦੇ, ਇਹ ਪਾਸਪੋਰਟ ਨਹੀਂ ਚੜ੍ਹ ਸਕਦੇ, ਜਹਾਜ਼ ਨਹੀਂ ਚੜ੍ਹ ਸਕਦੇ, ਪਾਸਪੋਰਟ ਨਹੀਂ ਬਣਾ ਸਕਦੇ। ਇਹ ਸਾਰਾ ਕੁਛ ਮਨੂ ਸਿਮਰਤੀ ਕਹਿੰਦੀ ਸੀ। ਇਸੇ ਕਰਕੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ 25 ਦਸੰਬਰ ਦੀ ਰਾਤ ਨੂੰ 2 ਵਜੇ 24 ਦਸੰਬਰ ਤੋਂ ਬਾਅਦ 25 ਦਸੰਬਰ 2 ਵਜੇ ਰਾਤ ਨੂੰ ਮਨੂ ਸਿਮਰਤੀ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਸਾੜੀ ਔਰ ਇਹ ਦੱਸ ਦਿੱਤਾ ਪ੍ਰਸ਼ਾਸਨ ਨੂੰ ਕਿ ਅਸੀਂ ਇਸ ਸੰਵਿਧਾਨ ਨੂੰ ਅੱਗ ਲਾਉਂਦੇ ਹਾਂ, ਅਸੀਂ ਇਹ ਨਹੀਂ ਚਾਹੁੰਦੇ, ਕਿਉਂਕਿ ਇਹ ਸਾਨੂੰ ਪਸ਼ੂ ਸਮਝਦਾ ਹੈ, ਇਹ ਜੋ ਮਨੂ ਸਿਮਰਤੀ ਦਾ ਸੰਵਿਧਾਨ ਹੈ। ਤਾਂ ਇਸੇ ਗੱਲ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਰੌਲਾ ਪੈ ਗਿਆ ਔਰ ਜਦੋਂ ਇਹ ਗੱਲ ਅੰਗਰੇਜ਼ਾਂ ਤੱਕ ਪਹੁੰਚੀ ਤਾਂ ਅੰਗਰੇਜ਼ਾਂ ਨੂੰ ਵੀ, ਕਿਉਂਕਿ ਉਸ ਵੇਲੇ ਭਾਰਤ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਔਰ ਅੰਗਰੇਜ਼ਾਂ ਨੂੰ ਇਸ ਗੱਲ ਦੀ ਜਦੋਂ ਸੁਣਕ ਪਈ, ਪਤਾ ਲੱਗਾ, ਤਾਂ ਅੰਗਰੇਜ਼ਾਂ ਨੇ ਸਾਡੇ ਲੋਕਾਂ ਦਾ ਮੁਆਇਨਾ ਕਰਨ ਦੇ ਲਈ ਕਿ ਇਹ ਕੌਣ ਲੋਕ ਹਨ ਜਿਹੜੇ ਮਨੂ ਸਿਮਰਤੀ ਨੂੰ ਸਾੜਦੇ ਹਨ, ਤਾਂ ਬਾਬਾ ਸਾਹਿਬ ਜੀ ਦੇ ਕਹਿਣ ਦੇ ਉੱਤੇ ਉਹ ਲੋਕ ਅੰਗਰੇਜ਼ਾਂ ਦੀ ਇੱਕ ਟੀਮ 28 ਜਨਵਰੀ ਨੂੰ ਭਾਰਤ ਦੇ ਵਿੱਚ ਆਈ, ਜਿਹਦਾ ਮੇਨ ਪ੍ਰਧਾਨ ਸਾਈਮਨ ਸੀ ਅੰਗਰੇਜ਼, ਔਰ ਉਹ ਸਾਈਮਨ ਕਮਿਸ਼ਨ ਨੇ ਭਾਰਤ ਦੇ ਵਿੱਚ ਆ ਕੇ